हाँ जी, वाहिगुरू जी का खालसा वाहिगुरू जी की फतेह जी। स्वागत है ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਹਿਸਟਰੀ ਵਿੱਚ। ਦੋਸਤੋ ਅੱਜ ਗੱਲ ਕਰਾਂਗੇ ਭਾਈ ਜਿੰਦੇ ਹੋਰੀ ਜਦੋਂ ਦਿੱਲੀ ਪੁਲਿਸ ਹਿਰਾਸਤ ਵਿੱਚ ਸੀ, ਉਹਨਾਂ ਨੇ ਵੈਦਿਆ ਕਤਲकांड ਨੂੰ ਮੰਨਣ ਲਈ ਜਾਂ ਮਨਾਉਣ ਲਈ ਸੁਖਦੇਵ ਨੂੰ ਕਿਵੇਂ ਰਾਜੀ ਕੀਤਾ, ਇਹਦੇ ਬਾਰੇ ਅੱਜ ਆਪਾਂ ਜਾਣਕਾਰੀ ਦੇਵਾਂਗੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਦਾ ਆਈਕਨ ਦਬਾਉਣਾ ਨਾ ਭੁੱਲਣਾ। ਰਿਮਾਂਡ ਦੇ ਦੌਰਾਨ ਕਾਫੀ ਪੁਲਿਸ ਵਾਲੇ ਮੇਰੇ ਨਾਲ ਸਹਿਮਤ ਵੀ ਹੋ ਗਏ ਸੀ। ਇੱਕ ਡੀਐਸਪੀ ਤਾਂ ਮੇਰੇ ਨਾਲ ਇੰਨਾ ਪਿਆਰ ਕਰਨ ਲੱਗ ਪਿਆ ਕਿ ਕਮਰੇ ਵਿੱਚੋਂ ਪੁੱਛਗਿੱਛ ਦੇ ਬਹਾਨੇ ਬਾਕੀਆਂ ਨੂੰ ਬਾਹਰ ਕੱਢ ਕੇ ਉਸਨੇ ਮੇਰਾ ਮੱਥਾ ਚੁੰਮਣਾ ਤੇ ਅੱਖਾਂ ਭਰ ਲੈਣੀਆਂ। ਕਹਿੰਦਾ ਹੁੰਦਾ ਸੀ, ਮੈਂ ਬਹਾਦਰ ਲੋਕਾਂ ਦੀ ਇੱਜ਼ਤ ਕਰਦਾ ਹਾਂ। ਇਹ ਸਭ ਕੁਝ ਤੂੰ ਕਿਹੜਾ ਆਪਣੇ ਘਰ ਲਈ ਕੀਤਾ? ਤੂੰ ਤਾਂ ਆਪਣੇ ਪੰਥ ਲਈ, ਆਪਣੀ ਕੌਮ ਲਈ ਸਭ ਕੁਝ ਕੀਤਾ। ਇਹੋ ਜਿਹੀਆਂ ਕਈ ਗੱਲਾਂ ਉਸਨੇ ਮੇਰੇ ਨਾਲ ਕਰਦੇ ਕਹਿਣਾ। ਉਸਨੇ ਕਦੇ ਵੀ ਮੇਰੇ ਕੋਲੋਂ ਕੁਝ ਪੁੱਛਿਆ ਨਹੀਂ ਸੀ, ਸਗੋਂ ਕੁਝ ਨਾ ਕੁਝ ਦੱਸ ਕੇ ਹੀ ਜਾਂਦਾ ਸੀ, ਜਿਸ ਦਾ ਮੈਨੂੰ ਬੜਾ ਫਾਇਦਾ ਹੁੰਦਾ ਸੀ। ਇੱਕ ਇੰਸਪੈਕਟਰ ਵੀ ਮੇਰੇ ਨਾਲ ਬੜਾ ਪਿਆਰ ਕਰਦਾ ਸੀ। ਕਹਿੰਦਾ ਹੁੰਦਾ ਸੀ, ਮੇਰਾ ਵੱਸ ਹੁੰਦਾ ਤਾਂ ਮੈਂ ਤੈਨੂੰ ਭਜਾ ਦਿੰਦਾ। ਜਿਸ ਦਿਨ ਉਸ ਦੀ ਆਪਣੀ ਡਿਊਟੀ ਸੀ, ਅੱਖਾਂ ਭਰ ਕੇ ਉਸਨੇ ਮੇਰੇ ਹੱਥਾਂ ਨੂੰ ਆਪਣੇ ਮੱਥੇ ਨਾਲ ਛੋਇਆ ਤੇ ਚੁੰਮਿਆ ਤੇ ਮੇਰੀਆਂ ਅੱਖਾਂ ਵਿੱਚੋਂ ਵੀ ਪਿਆਰ ਦੇ ਹੰਝੂ ਕਰਨ ਲੱਗ ਪਏ। ਇਸ ਵਾਰ ਮੈਨੂੰ ਫੜਨ ਲਈ ਜਿਨ੍ਹਾਂ ਹਿੱਸਾ ਲਿਆ ਸੀ, ਉਹਨਾਂ ਵਿੱਚੋਂ 6 ਤਾਂ ਸਬ ਇੰਸਪੈਕਟਰ ਤੋਂ ਇੰਸਪੈਕਟਰ ਬਣਾ ਦਿੱਤੇ ਗਏ। ਬਾਕੀ ਹੋਰਾਂ ਨੂੰ ਵੀ ਤਰੱਕੀਆਂ ਮਿਲੀਆਂ ਤੇ ਨਗਦ ਇਨਾਮ ਵੱਖਰਾ। ਪੁਲਿਸ ਬਾਰੇ ਮੇਰੇ ਨਾਲ ਹੱਸਦੇ ਸੀ ਕਿ ਤੂੰ ਦਿੱਲੀ ਪੁਲਿਸ ਲਈ ਬੜਾ ਕਿਸਮਤ ਵਾਲਾ ਹੈ। ਇੰਨੀਆਂ ਤਰੱਕੀਆਂ ਤਾਂ ਕਮਿਸ਼ਨਰ ਪੁਲਿਸ ਵੀ ਨਹੀਂ ਦੇ ਸਕਦਾ ਜਿੰਨੀਆਂ ਤੂੰ ਦਵਾ ਦਿੱਤੀਆਂ। ਫਿਰ ਮੈਨੂੰ ਪੂਨੇ ਭੇਜਣ ਲਈ ਰਿਮਾਂਡ ਦੇਣ ਵਾਸਤੇ ਦਿੱਲੀ ਦਾ ਜੱਜ ਆਇਆ। ਜੱਜ ਨੇ ਮੈਨੂੰ ਦਿੱਲੀ ਪੁਲਿਸ ਤੋਂ ਸੀਬੀਆਈ ਦੇ ਹਵਾਲੇ ਕਰ ਦਿੱਤਾ ਤੇ 3 ਦਿਨ ਦਾ ਰਿਮਾਂਡ ਦਿੱਤਾ ਪੂਨੇ ਭੇਜਣ ਲਈ। ਉਸ ਸਮੇਂ ਸੀਬੀਆਈ ਦਾ ਡੀਆਈਜੀ ਤੇ ਦਿੱਲੀ ਪੁਲਿਸ ਦੇ ਅਫਸਰ ਵੀ ਮੌਜੂਦ ਸਨ। ਜੱਜ ਨੇ ਮੈਨੂੰ ਪੁੱਛਿਆ, ਪੁਲਿਸ ਵਾਲਿਆਂ ਤੈਨੂੰ ਕੋਈ ਪਰੇਸ਼ਾਨੀ ਤੇ ਨਹੀਂ ਦਿੱਤੀ? ਮੈਂ ਆਖਿਆ, ਹੁਣ ਪੁੱਛਣ ਦਾ ਕੀ ਫਾਇਦਾ ਜਦੋਂ ਇਹਨਾਂ ਦਾ ਰਿਮਾਂਡ ਹੀ ਖਤਮ ਹੋ ਗਿਆ। ਵੈਸੇ ਇਹਨਾਂ ਕੋਈ ਕਸਰ ਨਹੀਂ ਛੱਡੀ, ਜੋ ਇਹ ਕਰ ਸਕਦੇ ਸੀ ਇਹਨਾਂ ਕੀਤਾ। ਰੱਜ ਕੇ ਤਸ਼ੱਦਦ ਕਰਕੇ ਵੇਖ ਲਿਆ, ਪਰ 5 ਮਹੀਨਿਆਂ ਵਿੱਚ ਵਿਚਾਰੇ ਕੁਝ ਨਹੀਂ ਲੈ ਸਕੇ ਸਿਵਾਏ ਗਾਲਾਂ ਤੋਂ, ਜੋ ਮਜਬੂਰੀ ਵਿੱਚ ਦੇਣੀਆਂ ਪੈਂਦੀਆਂ ਸੀ, ਕਿਉਂਕਿ ਪੁਲਿਸ ਵਾਲਿਆਂ ਨੂੰ ਗਾਲਾਂ ਕੱਢਣ ਦੀ ਆਦਤ ਹੁੰਦੀ ਹੈ। ਇਸ ਕਰਕੇ ਮੈਨੂੰ ਵੀ ਅੱਗੋਂ ਮਜਬੂਰੀ ਵਸ ਹੋ ਕੇ ਦੇਣੀਆਂ ਪੈਂਦੀਆਂ ਸੀ। ਜੱਜ ਮੇਰੀਆਂ ਗੱਲਾਂ ਸੁਣ ਕੇ ਥੋੜਾ ਹੱਸ ਰਿਹਾ ਸੀ, ਪਰ ਪੁਲਿਸ ਵਾਲੇ ਸ਼ਰਮਿੰਦਿਆਂ ਵਾਂਗ ਖੜੇ ਸੀ। ਮੈਂ ਆਖਿਆ, ਜੱਜ ਸਾਹਿਬ ਇਹਨਾਂ ਨੂੰ ਪੁੱਛੋ ਤਾਂ ਸਹੀ, 2 ਵਾਰੀ ਮੈਨੂੰ ਗ੍ਰਿਫਤਾਰ ਕਰ ਚੁੱਕੇ ਹਨ, ਕੁਝ ਲੈ ਵੀ ਸਕੇ ਕਿ ਨਹੀਂ? ਜੱਜ ਜ਼ੋਰ ਦੀ ਹੱਸਣ ਲੱਗ ਪਿਆ। ਫਿਰ ਮੈਂ ਇੱਕ ਡੀਐਸਪੀ ਨੂੰ ਇਸ਼ਾਰੇ ਨਾਲ ਆਪਣੇ ਕੋਲ ਆਉਣ ਲਈ ਕਿਹਾ, ਪਰ ਉਹ ਥੋੜਾ ਦੂਰ ਹੀ ਰਿਹਾ ਤੇ ਕਹਿੰਦਾ, ਦੱਸ। ਮੈਂ ਆਖਿਆ, ਲਾਗੇ ਤਾਂ ਹੋ, ਗੱਲ ਜਰਾ ਕੰਨ ਵਿੱਚ ਕਰਨ ਵਾਲੀ ਹੈ। ਮੈਂ ਉਸ ਦੇ ਮੂੰਹ ਤੇ ਥੱਪੜ ਮਾਰ ਕੇ ਸਾਰਿਆਂ ਦੇ ਸਾਹਮਣੇ ਉਸ ਦੀ ਬੇਇੱਜ਼ਤੀ ਕਰਨਾ ਚਾਹੁੰਦਾ ਸੀ, ਪਰ ਉਹ ਸਮਝ ਗਿਆ ਤੇ ਨੇੜੇ ਨਾ ਆਇਆ। ਕਿਉਂਕਿ ਮੈਂ ਜਦੋਂ ਬੁਲਾ ਰਿਹਾ ਸੀ ਤਾਂ ਮੇਰੇ ਚਿਹਰੇ ਦਾ ਰੁਖ ਹੀ ਬਦਲਿਆ ਸੀ ਗੁੱਸੇ ਕਰਕੇ। ਵੈਸੇ ਤਾਂ ਮੈਂ ਰਿਮਾਂਡ ਦੇ ਦੌਰਾਨ ਵੀ ਇੱਕ ਇੰਸਪੈਕਟਰ ਦੇ ਘਸੁੰਨ ਛੱਡਿਆ ਸੀ, ਪਰ ਹੱਥਕੜੀਆਂ ਹੋਣ ਕਰਕੇ ਠੀਕ ਤਰ੍ਹਾਂ ਵੱਜਾ ਨਾ। ਪਰ ਫਿਰ ਉਹਨੇ ਮੇਰੀ ਵੀ ਬਹਿਜਾ ਕਰਵਾ ਦਿੱਤੀ। ਪਰ ਹੁਣ ਮੈਨੂੰ ਕੁਝ ਨਹੀਂ ਸੀ ਕਹਿ ਸਕਦੇ, ਕਿਉਂਕਿ ਹੁਣ ਮੈਂ ਸੀਬੀਆਈ ਦੀ ਕਸਟਡੀ ਵਿੱਚ ਸੀ ਤੇ ਦੂਸਰਾ ਜੱਜ ਸਾਹਮਣੇ ਸੀ। ਸਿਰਫ ਕੇਸ ਹੀ ਬਣਾ ਸਕਦੇ ਸੀ, ਨਾਲੇ ਪੂਨੇ ਲਿਜਾਣ ਦੀਆਂ ਤਿਆਰੀਆਂ ਸੀ। ਫਿਰ ਮੇਰੀਆਂ ਅੱਖਾਂ ਬੰਨ੍ਹ ਕੇ, ਹੱਥ ਪਿੱਛੇ ਕਰਕੇ, ਹੱਥਕੜੀਆਂ ਲਾ ਕੇ, ਟੁੱਟੀਆਂ ਲੱਤਾਂ ਨੂੰ ਬੇੜੀਆਂ ਲਾ ਕੇ ਸਟ੍ਰੈਚਰ ਤੇ ਪਾ ਕੇ ਇੱਕ ਮੈਟਾਡੋਰ ਤੇ ਚੜਾ ਲਿਆ ਗਿਆ। ਇਸ ਮੈਟਾਡੋਰ ਦੇ ਅੱਗੇ ਪਿੱਛੇ ਪਤਾ ਨਹੀਂ ਕਿੰਨੀਆਂ ਕੁ ਗੱਡੀਆਂ ਨੈਸ਼ਨਲ ਸਿਕਿਉਰਿਟੀ ਗਾਰਡ ਦੀਆਂ ਚੱਲ ਰਹੀਆਂ ਸਨ। ਇੱਕ ਗੱਡੀ ਡਾਕਟਰਾਂ ਦੀ ਐਂਬੂਲੈਂਸ ਵੀ ਸੀ। ਭਾਵੇਂ ਕਿ ਮੇਰੀਆਂ ਅੱਖਾਂ ਚੰਗੀ ਤਰ੍ਹਾਂ ਕਾਲੇ ਕੱਪੜੇ ਨਾਲ ਬੰਨੀਆਂ ਸੀ ਤੇ ਉੱਤੇ ਹੋਰ ਕਾਲਾ ਕੱਪੜਾ ਪਾਇਆ ਸੀ, ਫਿਰ ਵੀ ਥੋੜਾ ਹੇਠੋਂ ਦੀ ਦਿਸਦਾ ਸੀ। ਮੈਨੂੰ ਏਅਰਪੋਰਟ ਲਿਜਾਇਆ ਗਿਆ। ਏਅਰਪੋਰਟ ਤੋਂ ਇੱਕ ਜਹਾਜ਼ ਵਿੱਚ ਜਹਾਜ਼ ਦੇ ਕੋਲ ਮੈਟਾਡੋਰ ਲਿਜਾ ਕੇ ਚੜਾਇਆ। ਜਹਾਜ਼ ਦੇ ਵਿੱਚ ਵੀ ਅੱਖਾਂ ਬੰਨੀਆਂ ਸੀ, ਹੱਥਕੜੀਆਂ ਤੇ ਬੇੜੀਆਂ ਬੰਨੀ ਜਹਾਜ਼ ਵਿੱਚ ਵੀ ਮੇਰੇ ਨਾਲ 70-80 ਕਮਾਂਡੋ ਆਏ। 4 ਘੰਟਿਆਂ ਵਿੱਚ ਦਿੱਲੀ ਤੋਂ ਪੂਨੇ ਜਹਾਜ਼ ਪਹੁੰਚਿਆ। ਪਿੱਛੇ ਹੱਥਕੜੀਆਂ ਲੱਗੀਆਂ ਹੋਣ ਕਰਕੇ ਬਹੁਤ ਬੁਰਾ ਹਾਲ ਹੋਇਆ ਪਿਆ ਸੀ। ਪੂਨੇ ਏਅਰਪੋਰਟ ਤੇ ਕਮਾਂਡੋ ਮੈਨੂੰ ਪੂਨਾ ਪੁਲਿਸ ਨੂੰ ਸੌਂਪ ਕੇ ਵਾਪਸ ਚਲੇ ਗਏ। ਪੂਨੇ ਦੀ ਪੁਲਿਸ ਨੇ ਮੈਨੂੰ ਜੱਜ ਰੂਇਕਰ ਦੇ ਸਾਹਮਣੇ ਪੇਸ਼ ਕੀਤਾ। ਜੱਜ ਨੇ ਮੈਨੂੰ ਪੁੱਛਿਆ, ਕੋਈ ਮੁਸ਼ਕਲ ਤੇ ਨਹੀਂ ਆਈ? ਮੈਂ ਆਖਿਆ, ਨਹੀਂ, ਕਿਉਂਕਿ ਦੱਸਣ ਦਾ ਕੋਈ ਫਾਇਦਾ ਨਹੀਂ। ਮੈਂ ਜੱਜ ਨੂੰ ਆਖਿਆ ਕਿ ਜਿੱਥੇ ਜੇਲ੍ਹ ਵਿੱਚ ਮੇਰੇ ਸਾਥੀਆਂ ਨੂੰ ਰੱਖਿਆ ਹੈ, ਉਸ ਬੈਰਕ ਵਿੱਚ ਰੱਖਣ ਦੇ ਜੇਲ੍ਹ ਵਾਲਿਆਂ ਨੂੰ ਆਰਡਰ ਕਰ ਦਿਓ। ਪਰ ਜੱਜ ਨੇ ਕਿਹਾ ਕਿ ਇਹ ਜੇਲ੍ਹ ਵਾਲਿਆਂ ਦਾ ਮਾਮਲਾ ਹੈ ਕਿ ਉਹਨਾਂ ਕਿੱਥੇ ਰੱਖਣਾ ਹੈ। ਫਿਰ ਮੈਂ ਸੀਬੀਆਈ ਦੇ ਡੀਐਸਪੀ ਤੇ ਐਸਪੀ ਨੂੰ ਕਿਹਾ
ਕਿ ਤੁਸੀਂ ਪੁਲਿਸ ਵਾਲਿਆਂ ਨੂੰ ਕਹਿ ਕੇ ਜਾਂ ਜੱਜ ਨੂੰ ਕਹਿ ਕੇ ਮੈਨੂੰ ਸੁਖਦੇਵ ਸਿੰਘ ਦੇ ਨਾਲ ਪਵਾ ਦਿਓ ਤਾਂ ਕਿ ਅਸੀਂ ਕੇਸ ਕਬੂਲ ਕਰਨ ਬਾਰੇ ਸਲਾਹ ਕਰ ਸਕੀਏ। ਰਿਮਾਂਡ ਦੇ ਦੌਰਾਨ ਹੀ ਮੈਂ CBI ਨੂੰ ਇਹ ਦੱਸਿਆ ਸੀ ਕਿ ਅਸੀਂ ਕੇਸ ਕਬੂਲ ਕਰਨਾ ਹੈ, ਪਰ ਉਸ ਨੇ ਅੱਗੋਂ ਕਿਹਾ ਸੀ ਕਿ ਸੁਖਦੇਵ ਸਿੰਘ ਦਾ ਕੇਸ ਲੜਨਾ ਚਾਹੁੰਦਾ ਹੈ। ਮੈਂ ਆਖਿਆ ਸੀ ਕਿ ਅੱਜ ਤੱਕ ਸੁਖਦੇਵ ਸਿੰਘ ਨੇ ਮੇਰਾ ਅੱਖਾਂ ਨਹੀਂ ਸੀ ਮੋੜਿਆ। ਮੈਂ ਕੇਸ ਕਬੂਲ ਕਰਨ ਬਾਰੇ ਕਹਾਂਗਾ ਤਾਂ ਉਹ ਵੀ ਮੇਰੇ ਨਾਲ ਜ਼ਰੂਰ ਕਰੇਗਾ, ਕਿਉਂਕਿ ਜਦੋਂ ਮੈਂ ਬਾਹਰ ਸੀ ਤਾਂ ਸਾਡਾ ਸਾਰਿਆਂ ਸਾਥੀਆਂ ਦਾ ਵਿਚਾਰ ਸੀ ਕਿ ਸੁਖਦੇਵ ਸਿੰਘ ਨੂੰ ਵੈਦਿਆ ਕੇਸ ਕਬੂਲ ਕਰ ਲੈਣਾ ਚਾਹੀਦਾ ਹੈ, ਪਰ ਸਾਡੇ ਕੋਲ ਸਾਧਨ ਨਹੀਂ ਸੀ ਵੀਰ ਨੂੰ ਸੁਨੇਹਾ ਭੇਜਣ ਵਾਸਤੇ। CBI ਵਾਲਿਆਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਤੈਨੂੰ ਸੁਖਦੇਵ ਨਾਲ ਪਵਾਉਣ ਦੀ, ਪਰ ਨਾਲ ਇਹ ਵੀ ਕਿਹਾ ਕਿ ਸ਼ਾਇਦ ਮਹਾਰਾਸ਼ਟਰ ਸਰਕਾਰ ਤੈਨੂੰ ਨਾਸਕ ਜੇਲ੍ਹ ਭੇਜ ਦੇਵੇ। ਫਿਰ ਮੇਰੇ ਕੋਲ ਕਿੰਨੇ ਸਾਰੇ ਵਕੀਲ ਆ ਗਏ ਤੇ ਮੇਰਾ ਹਾਲ ਚਾਲ ਪੁੱਛਣ ਲੱਗ ਪਏ। ਉਹਨਾਂ ਕੋਲੋਂ ਮੈਂ ਸੁਖਦੇਵ ਸਿੰਘ ਵੀਰ ਹੋਰਾਂ ਦਾ ਹਾਲ ਚਾਲ ਪੁੱਛਿਆ। ਫਿਰ ਵਕੀਲਾਂ ਨੇ ਕਿਹਾ ਕਿ ਅਸੀਂ ਤੇਰਾ ਵੈਦਿਆ ਕੇਸ ਲੜਨਾ ਚਾਹੁੰਦੇ ਹਾਂ। ਮੈਂ ਆਖਿਆ ਕਿ ਅਸੀਂ ਤਾਂ ਵੈਦਿਆ ਕੇਸ ਕਬੂਲ ਕਰਨਾ ਹੈ, ਇਸ ਕਰਕੇ ਵਕੀਲ ਦੀ ਕੋਈ ਜ਼ਰੂਰਤ ਨਹੀਂ। ਵਕੀਲ ਕਹਿੰਦੇ ਕਿ ਤੇਰੇ ਤੇ ਤਾਂ ਕੋਈ ਗਵਾਹੀ ਜਾਂ ਵਿਟਨੈਸ ਨਹੀਂ ਰੱਖਿਆ, ਤੈਨੂੰ ਅਸੀਂ ਲਿਖ ਕੇ ਦੇ ਸਕਦੇ ਹਾਂ ਕਿ ਤੂੰ ਵੈਦਿਆ ਕੇਸ ਵਿੱਚੋਂ ਬਰੀ ਹੋਵੇਂਗਾ। ਜੱਜ ਤੈਨੂੰ ਸਜ਼ਾ ਦੇ ਹੀ ਨਹੀਂ ਸਕਦਾ ਕਿਉਂਕਿ ਵਾਰਦਾਤ ਦੇ ਮੌਕੇ ਤੇਰੇ ਤੇ ਕੋਈ ਗਵਾਹ ਨਹੀਂ। ਵੈਦਿਆ ਦਾ ਗਾਰਡ ਵੀ ਤੇ ਵੈਦਿਆ ਦੀ ਘਰਵਾਲੀ ਨੂੰ ਵੀ ਤੇਰੇ ਤੇ ਗਵਾਹ ਨਹੀਂ ਰੱਖਿਆ। ਫਿਰ ਤੈਨੂੰ ਜੱਜ ਸਜ਼ਾ ਕਿਸ ਤਰ੍ਹਾਂ ਦੇ ਸਕਦਾ? ਮੈਂ ਉਹਨਾਂ ਨੂੰ ਦੱਸਿਆ ਕਿ ਸਵਾਲ ਸਜ਼ਾ ਦਾ ਨਹੀਂ, ਸਵਾਲ ਕਬੂਲ ਕਰਨ ਦਾ ਹੈ। ਵਕੀਲ ਕਹਿੰਦੇ ਤੂੰ ਕੇਸ ਕਬੂਲ ਕਿਉਂ ਕਰਨਾ ਚਾਹੁੰਦਾ? ਮੈਂ ਆਖਿਆ ਇਹ ਤੁਸੀਂ ਨਹੀਂ ਸਮਝ ਸਕਦੇ, ਇਹ ਸਾਡੇ ਧਰਮ ਦਾ ਮਾਮਲਾ ਹੈ, ਇਸ ਕਰਕੇ ਤੁਸੀਂ ਮੈਨੂੰ ਇਸ ਬਾਰੇ ਨਾ ਕਹੋ। ਪਰ ਵਕੀਲ ਮੇਰੀ ਗੱਲ ਨੂੰ ਸਮਝ ਹੀ ਨਹੀਂ ਸੀ ਰਹੇ, ਆਪਣਾ ਹੀ ਲੈਕਚਰ ਝਾੜੀ ਜਾ ਰਹੇ ਸੀ। ਵਕੀਲਾਂ ਨੂੰ ਵੈਦਿਆ ਕੇਸ ਲੈਣ ਵਿੱਚ ਬਹੁਤ ਫਾਇਦਾ ਸੀ, ਰੋਜ਼ ਅਖਬਾਰਾਂ ਵਿੱਚ ਨਾਂ ਆਉਂਦਾ ਸੀ। ਫਿਰ ਉਹਨਾਂ ਨੂੰ ਗਰੰਟੀ ਸੀ ਕਿ ਮੈਂ ਬਰੀ ਹੋਵਾਂਗਾ। ਮੇਰੇ ਬਰੀ ਹੋਣ ਨਾਲ ਉਹਨਾਂ ਦੀ ਗਿਣਤੀ ਬਹੁਤ ਵੱਡੇ ਵਕੀਲ ਵਿੱਚ ਆ ਜਾਣੀ ਸੀ। ਫਿਰ ਜਦੋਂ ਉਹਨਾਂ ਵੇਖਿਆ ਕਿ ਮੈਂ ਇੱਕ ਗੱਲ ਤੇ ਹੀ ਅੜਿਆ ਹਾਂ ਤਾਂ ਫਿਰ ਵਕੀਲ ਇਸ ਗੱਲ ਤੇ ਆ ਗਏ ਕਿ ਜੇਕਰ ਤੂੰ ਕੇਸ ਕਬੂਲ ਕਰ ਵੀ ਲੈਂਦਾ ਵਾਂ, ਕੇਸ ਤਾਂ ਫਿਰ ਵੀ ਚੱਲਣਾ ਹੈ ਤੇ ਵਕੀਲ ਤੈਨੂੰ ਕਾਨੂੰਨ ਮੁਤਾਬਕ ਕਰਨਾ ਹੀ ਪੈਣਾ ਹੈ। ਜੇ ਤੂੰ ਆਪ ਨਹੀਂ ਕਰ ਸਕੇਂਗਾ ਤਾਂ ਜੱਜ ਨੇ ਤੈਨੂੰ ਆਪਣੇ ਕੋਲੋਂ ਸਰਕਾਰੀ ਵਕੀਲ ਦੇ ਦੇਣਾ। ਭਾਵੇਂ ਤੂੰ ਵਕੀਲ ਲੈਣ ਤੋਂ ਨਾ ਵੀ ਕਰੇ, ਫਿਰ ਵੀ ਜੱਜ ਨੂੰ ਦੇਣਾ ਹੀ ਪੈਣਾ। ਪਰ ਉਸ ਵਕੀਲ ਤੇ ਤੇਰਾ ਕੋਈ ਹੱਕ ਨਹੀਂ ਹੋਵੇਗਾ। ਉਹ ਜੋ ਮਰਜ਼ੀ ਬੋਲ ਸਕਦਾ ਹੈ, ਭਾਵੇਂ ਸਰਕਾਰ ਦਾ ਪੱਖ ਹੀ ਲਈ ਜਾਵੇ। ਤੇ ਜੱਜ ਕੋਲੋਂ ਤੈਨੂੰ ਕਈ ਤਰ੍ਹਾਂ ਦੀਆਂ ਪਰਮਿਸ਼ਨਾਂ ਦੀ ਵੀ ਜ਼ਰੂਰਤ ਪੈਣੀ ਹੈ, ਜਿਵੇਂ ਘਰਦਿਆਂ ਦੀ ਮੁਲਾਕਾਤ ਦੀ ਪਰਮਿਸ਼ਨ ਵਗੈਰਾ। ਇਹ ਪਰਮਿਸ਼ਨ ਸਰਕਾਰੀ ਵਕੀਲ ਤੈਨੂੰ ਲੈ ਕੇ ਨਹੀਂ ਦੇਵੇਗਾ। ਮੈਂ ਵਕੀਲਾਂ ਨੂੰ ਸਵਾਲ ਕੀਤਾ, ਜਦੋਂ ਅਸੀਂ ਇਸ ਕਬੂਲ ਹੀ ਕਰ ਲੈਣਾ ਫਿਰ ਕੇਸ ਚਲਾਉਣ ਦਾ ਕੀ ਜ਼ਰੂਰਤ ਹੈ? ਵਕੀਲ ਨੇ ਦੱਸਿਆ ਕਿ ਤੁਸੀਂ ਕੇਸ ਕਬੂਲ ਕਰ ਵੀ ਲਓਗੇ, ਫਿਰ ਵੀ ਕੇਸ ਕਾਨੂੰਨ ਮੁਤਾਬਕ ਚਲਾਉਣਾ ਹੀ ਪੈਣਾ। ਉਸ ਤਰ੍ਹਾਂ ਇਹ ਜ਼ਰੂਰੀ ਹੈ, ਕੇਸ ਕਬੂਲ ਕਰਨ ਕਰਕੇ ਤੁਹਾਨੂੰ ਸਜ਼ਾ ਹਰ ਹਾਲਤ ਹੋਣੀ ਹੈ, ਇਹ ਵੀ ਵਕੀਲਾਂ ਨੇ ਦੱਸਿਆ। ਮੈਂ ਆਖਿਆ ਵਕੀਲ ਕਰਨਾ ਜਾਂ ਨਹੀਂ ਕਰਨਾ, ਇਸ ਬਾਰੇ ਮੈਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਦੱਸਾਂਗਾ। ਫਿਰ ਪੁਲਿਸ ਵਾਲੇ ਮੈਨੂੰ ਜੇਲ੍ਹ ਵਿੱਚ ਲੈ ਆਏ। ਜਿਸ ਵੇਲੇ ਮੈਨੂੰ ਜੇਲ੍ਹ ਵਿੱਚ ਲਿਆਏ, ਸ਼ਾਮ ਦਾ ਸਮਾਂ ਸੀ ਤੇ ਜਿਸ ਬੈਰਕ ਵਿੱਚ ਮੈਨੂੰ ਰੱਖਿਆ ਗਿਆ ਉਸ ਵਿੱਚ ਹੋਰ ਕੋਈ ਕੈਦੀ ਨਹੀਂ ਸੀ। ਸਿਰਫ ਜੇਲ੍ਹ ਦੇ ਸਿਪਾਹੀ ਤੇ ਮਹਾਰਾਸ਼ਟਰ ਪੁਲਿਸ ਦੇ ਹਥਿਆਰਬੰਦ ਗਾਰਡ ਸਨ। ਮੈਂ ਰਹਿਰਾਸ ਸਾਹਿਬ ਜੀ ਦਾ ਪਾਠ ਕਰਕੇ ਆਪਣੇ ਸਾਥੀਆਂ ਬਾਰੇ ਸੋਚ ਹੀ ਰਿਹਾ ਸੀ ਤਾਂ ਮੈਨੂੰ ਜੈਕਾਰਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਮੈਂ ਸਮਝ ਗਿਆ ਕਿ ਮੇਰੇ ਵੀਰ ਮੇਰੇ ਨੇੜੇ ਤੇੜੇ ਹੀ ਹਨ। ਜੈਕਾਰਿਆਂ ਦੀ ਆਵਾਜ਼ ਮੇਰੇ ਪਿਛਲੇ ਪਾਸੇ ਤੇ ਸਾਈਡ ਵਾਲੀ ਬੈਰਕ ਵਿੱਚੋਂ ਆ ਰਹੀ ਸੀ। ਇੱਕ ਜੈਕਾਰਾ ਜ਼ੋਰ ਦੀ ਮੈਂ ਵੀ ਛੱਡ ਦਿੱਤਾ। ਫਿਰ ਮੈਂ ਵੀਰ ਸੁਖਦੇਵ ਸਿੰਘ ਨੂੰ ਆਵਾਜ਼ ਮਾਰ ਕੇ ਦੱਸਿਆ ਕਿ ਮੈਂ ਆ ਗਿਆ ਹਾਂ, ਤਾਂ ਸੁਖਦੇਵ ਸਿੰਘ ਬੜਾ ਹੈਰਾਨ ਤੇ ਖੁਸ਼ ਹੋਇਆ। ਵੀਰ ਕਹਿੰਦਾ ਕਿ ਤੇਰੀ ਆਵਾਜ਼ ਬੜੀ ਬਦਲੀ ਹੈ, ਪਛਾਣੀ ਨਹੀਂ ਜਾਂਦੀ। ਮੈਨੂੰ ਵੀ ਵੀਰ ਦੀ ਆਵਾਜ਼ ਹੋਰ ਤਰ੍ਹਾਂ ਦੀ ਲੱਗੀ। ਮੇਰੇ ਕਮਰੇ ਵਿੱਚ ਇੱਕ ਛੋਟਾ ਜਿਹਾ ਰੌਸ਼ਨਦਾਨ ਸੀ, ਜਿਸ ਰਾਹੀਂ ਜ਼ੋਰ ਨਾਲ ਆਵਾਜ਼ ਮਾਰਿਆਂ ਥੋੜੀ ਜਿਹੀ ਸੁਣਦੀ ਸੀ। ਮੈਂ ਵੀਰ ਨੂੰ ਬਾਕੀ ਵੀਰਾਂ ਬਾਰੇ ਵੀ ਪੁੱਛਿਆ। ਵੀਰ ਦੇ ਨਾਲ ਹੀ ਅਵਤਾਰ ਸਿੰਘ ਦੁਰਗ ਸੀ ਤੇ ਕੁਝ ਪੂਨੇ ਦੇ ਸਿੰਘ ਸੀ, ਤੇ ਸਾਈਡ ਵਾਲੀ ਯਾਰਡ ਵਿੱਚ ਨਿਰਮਲ ਸਿੰਘ ਤੇ ਯਾਦਵਿੰਦਰ ਸਿੰਘ ਦੇ ਕੁਝ ਪੂਨੇ ਦੇ ਸਿੰਘ ਸਨ। ਜਦੋਂ ਅਸੀਂ ਵੈਦਿਆਂ ਨੂੰ ਸੋਧਣ ਆਏ ਸੀ, ਥੋੜੇ ਦਿਨ ਪਹਿਲਾਂ ਯਾਦਵਿੰਦਰ ਸਿੰਘ ਕੋਲ 4-5 ਦਿਨ ਰਹੇ ਸੀ। ਯਾਦਵਿੰਦਰ ਸਿੰਘ ਸਾਡੇ ਸਾਥੀਆਂ ਵੀਰ ਬਿੱਟੂ ਹੋਰਾਂ ਨਾਲ ਪੜ੍ਹਦਾ ਰਿਹਾ ਸੀ। ਉਸ ਤੋਂ ਬਾਅਦ ਫਿਰ ਅਵਤਾਰ ਸਿੰਘ ਕੋਲ ਦੁਰਗ ਆਏ, ਜਿਸ ਦਾ ਐਡਰੈਸ ਸਾਨੂੰ ਜਨਰਲ ਮਨਬੀਰ ਸਿੰਘ ਚੈੜੂ ਨੇ ਦਿੱਤਾ। ਦੁਰਗ ਤੋਂ ਪੂਨੇ ਵੈਦਿਆਂ ਨੂੰ ਸੋਧਣ ਆਏ ਤੇ ਵੈਦਿਆਂ ਨੂੰ ਸੋਧ ਕੇ ਫਿਰ ਦੁਰਗ ਗਏ ਸੀ। ਜਦੋਂ ਸੁਖਦੇਵ ਸਿੰਘ ਤੇ ਨਿਰਮਲ ਸਿੰਘ ਪੂਨੇ ਫੜੇ ਗਏ, ਹਫ਼ਤਾ ਕੁ ਬਾਅਦ ਅਵਤਾਰ ਸਿੰਘ ਤੇ ਯਾਦਵਿੰਦਰ ਸਿੰਘ ਨੂੰ ਵੀ ਪੂਨਾ ਪੁਲਿਸ ਫੜ ਕੇ ਪੂਨੇ ਲੈ ਆਈ ਤੇ ਬਾਅਦ ਵਿੱਚ ਅਵਤਾਰ ਸਿੰਘ, ਨਿਰਮਲ ਸਿੰਘ ਤੇ ਯਾਦਵਿੰਦਰ ਸਿੰਘ ਤੇ ਵੀ ਝੂਠਾ ਹੀ ਵੈਦਿਆਂ ਨੂੰ ਮਾਰਨ ਦੀ ਸਾਜ਼ਿਸ਼ ਦਾ ਕੇਸ ਪਾ ਦਿੱਤਾ। ਹਾਲਾਂਕਿ ਇਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਅਸੀਂ ਵੈਦਿਆਂ ਨੂੰ ਸੋਧਣ ਚੱਲੇ ਹਾਂ।
ਸੁਖਦੇਵ ਸਿੰਘ ਤੇ ਨਿਰਮਲ ਸਿੰਘ ਸਾਡੇ ਵੈਦਿਆਂ ਨੂੰ ਸੋਧਣ ਤੋਂ ਮਹੀਨਾ ਕੁ ਬਾਅਦ ਪੁਨੇ ਫੜੇ ਗਏ ਸੀ। ਸੁਖਦੇਵ ਸਿੰਘ ਵੀਰ ਬਾਅਦ ਵਿੱਚ ਨਿਰਮਲ ਸਿੰਘ ਨੂੰ ਨਾਲ ਲੈ ਕੇ ਹਥਿਆਰ ਤੇ ਮੋਟਰਸਾਈਕਲ ਪੁਨੇ ਤੋਂ ਲੈਣ ਆਇਆ ਸੀ, ਜਿਸ ਨਾਲ ਵੈਦਿਆਂ ਨੂੰ ਸੋਧਿਆ ਸੀ। ਇਹ ਸਮਾਨ ਵੈਦਿਆਂ ਨੂੰ ਮਾਰਨ ਪਿੱਛੋਂ ਕਿਰਾਏ ਦੇ ਫਲੈਟ ਵਿੱਚ ਰੱਖ ਕੇ ਅਸੀਂ ਛੇਤੀ ਨਿਕਲ ਗਏ ਸੀ। ਬਾਅਦ ਵਿੱਚ ਜਦੋਂ ਮੋਟਰਸਾਈਕਲ ਤੇ ਹਥਿਆਰ ਲੈ ਕੇ ਵੀਰ ਹੋਰੀ ਬੰਬੇ ਨੂੰ ਜਾ ਰਹੇ ਸੀ ਤਾਂ ਮੋਟਰਸਾਈਕਲ ਜਦੋਂ ਵੀਰ ਟਰੱਕ ਦੇ ਅੱਗੇ ਕੱਢਣ ਲੱਗਾ ਤਾਂ ਮੋਟਰਸਾਈਕਲ ਡਿੱਗ ਪਿਆ। ਇੱਕ ਤਾਂ ਸੁਖਦੇਵ ਵੀਰ ਟਰੱਕ ਦੇ ਉਲਟ ਸਾਈਡ ਤੋਂ ਅੱਗੇ ਕੱਢ ਰਿਹਾ ਸੀ, ਦੂਸਰਾ ਵੀਰ ਨੂੰ ਮੋਟਰਸਾਈਕਲ ਦੀ ਜਾਂਚ ਵੀ ਬਹੁਤ ਥੋੜੀ ਸੀ। ਰਿਵਾਲਵਰ ਸੜਕ ਤੇ ਡਿੱਗ ਪਿਆ ਤੇ ਲੋਕ ਇਕੱਠੇ ਹੋ ਗਏ ਤੇ ਕਿਸੇ ਨੇ ਪੁਲਿਸ ਨੂੰ ਦੱਸ ਦਿੱਤਾ। ਥੋੜੀ ਦੂਰ ਵੀਰ ਹੋਰੀ ਨਿਕਲ ਵੀ ਗਏ। ਨਿਰਮਲ ਵੀਰ ਹੋਰ ਪਾਸੇ ਨੂੰ ਨਿਕਲ ਗਿਆ ਤੇ ਸੁਖਦੇਵ ਵੀਰ ਹੋਰ ਪਾਸੇ, ਪਰ ਫੇਰ ਵੀ ਵੀਰ ਹੋਰੀ ਪੁਲਿਸ ਦੇ ਕਾਬੂ ਆ ਗਏ। ਮੈਂ ਸੁਖਦੇਵ ਵੀਰ ਹੋਰਾਂ ਤੋਂ 11 ਮਹੀਨੇ ਬਾਅਦ ਫੜਿਆ ਗਿਆ, ਪਰ ਮੈਂ ਜਿੰਨਾ ਚਿਰ ਵੀ ਵੀਰ ਤੋਂ ਵਿਛੜਿਆ ਰਿਹਾ, ਕੋਈ ਘੜੀ ਇਹੋ ਜਿਹੀ ਨਹੀਂ ਹੋਵੇਗੀ ਜਦੋਂ ਮੈਨੂੰ ਸੁਖਦੇਵ ਵੀਰ ਦਾ ਵਿਛੋੜਾ ਰੜਕਦਾ ਨਾ, ਕਿਉਂਕਿ ਮੈਂ ਤੇ ਸੁਖਦੇਵ ਵੀਰ ਜਿੰਨਾ ਚਿਰ ਵੀ ਸੰਘਰਸ਼ ਵਿੱਚ ਰਹੇ, ਇਕੱਠੇ ਰਹੇ ਦਿਨ ਰਾਤ, ਇੱਥੋਂ ਤੱਕ ਕਿ ਹਰ ਐਕਸ਼ਨ ਵਿੱਚ ਵੀ ਇਕੱਠੇ ਗਏ। ਕਿਤੇ ਵੀ ਜਾਣਾ ਹੁੰਦਾ ਤਾਂ ਇਕੱਠੇ ਹੀ ਜਾਂਦੇ। ਸਾਡੀ ਆਪਸ ਵਿੱਚ ਕੁਝ ਜ਼ਿਆਦਾ ਹੀ ਬਣਦੀ ਸੀ। ਵੈਸੇ ਤਾਂ ਮੇਰੀ ਸਾਰਿਆਂ ਵੀਰਾਂ ਨਾਲ ਹੀ ਬੜੀ ਬਣਦੀ ਸੀ। ਮੈਂ ਸੁਖਦੇਵ ਵੀਰ ਨੂੰ ਬਾਹਰ ਵਾਲੇ ਵੀਰਾਂ ਬਾਰੇ ਵੀ ਦੱਸਿਆ ਤੇ ਇਹ ਵੀ ਦੱਸਿਆ ਕਿ ਤੇਰੇ ਫੜੇ ਜਾਣ ਤੋਂ ਬਾਅਦ ਅਸੀਂ ਕਿਹੜੇ ਦੁਸ਼ਟ ਸੋਧੇ। ਵੀਰ ਤੋਂ ਮੈਂ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਫੜੇ ਗਏ ਸੀ ਤੇ ਕਿਵੇਂ ਰਹੇ, ਤੇ ਕਿੰਨਾ ਕੁ ਰਿਮਾਂਡ ਦੌਰਾਨ ਜੂਤ ਪਤਾੰਗ ਟਾਰਚਰ ਹੋਇਆ। ਆਪਣੇ ਰਿਮਾਂਡ ਬਾਰੇ ਵੀ ਮੈਂ ਸਾਰੀਆਂ ਗੱਲਾਂ ਵੀਰ ਨੂੰ ਦੱਸੀਆਂ। ਮੈਂ ਵੀਰ ਨੂੰ ਦੱਸਿਆ ਕਿ ਬਹੁਤ ਸਾਰਾ ਪੈਸਾ ਲੁਧਿਆਣੇ ਵਾਲੀ ਬੈਂਕ ਡਕੈਤੀ ਦਾ ਕਿੱਥੇ ਪਿਆ ਹੈ। ਮੈਨੂੰ ਪਤਾ ਸੀ, ਪਰ ਮੇਰੇ ਤੋਂ ਪੁਲਿਸ ਕੁਝ ਨਹੀਂ ਲੈ ਸਕੀ। ਉਹ ਪੈਸੇ ਬਾਰੇ ਕਾਂਗੜੀ, ਗਾਮੇ ਤੇ ਹੋਰਾਂ ਵੀਰਾਂ ਨੂੰ ਵੀ ਪਤਾ ਹੈ। ਅਗਲੇ ਦਿਨ ਸਾਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੈਨੂੰ ਵੱਖਰੀ ਗੱਡੀ ਵਿੱਚ ਲਿਜਾਇਆ ਗਿਆ ਤੇ ਬਾਕੀ ਵੀਰਾਂ ਨੂੰ ਵੱਖਰੀ ਵਿੱਚ। ਅਸੀਂ ਅਦਾਲਤ ਵਿੱਚ ਜਾ ਕੇ ਇੱਕ ਦੂਸਰੇ ਨੂੰ ਪਹਿਲੀ ਵਾਰ ਵੇਖਿਆ। ਮੇਰੇ ਤੋਂ ਥੋੜੀ ਦੂਰ ਵੀਰ ਹੋਰੀ ਬੈਠੇ ਸੀ, ਕਿਉਂਕਿ ਮੈਨੂੰ ਸਟ੍ਰੈਚਰ ਫੱਟੇ ਤੇ ਪਾਇਆ ਸੀ। ਮੈਂ ਬਿਲਕੁਲ ਤੁਰ ਨਹੀਂ ਸੀ ਸਕਦਾ। ਮੈਂ ਸੁਖਦੇਵ ਵੀਰ ਨੂੰ ਆਪਣੇ ਕੋਲ ਆਉਣ ਲਈ ਇਸ਼ਾਰਾ ਕੀਤਾ। ਵੀਰ ਨੇ ਜੱਜ ਨੂੰ ਪੁੱਛਿਆ, ਪਰ ਜੱਜ ਨੇ ਪਹਿਲਾਂ ਨਾ ਕਰ ਦਿੱਤੀ ਤੇ ਫਿਰ 5 ਮਿੰਟ ਆਪਸ ਵਿੱਚ ਗੱਲਾਂ ਕਰਨ ਦਾ ਸਮਾਂ ਦਿੱਤਾ। ਭਾਵੇਂ ਅਸੀਂ ਕੋਈ ਖਾਸ ਗੱਲ ਨਾ ਕਰ ਸਕੇ, ਪਰ ਵੀਰ ਨੇ ਜਿੱਥੇ ਪੈਸੇ ਪਏ ਸੀ ਉੱਥੋਂ ਦਾ ਐਡਰੈਸ ਮੇਰੇ ਕੋਲੋਂ ਪੁੱਛ ਲਏ, ਕਿਉਂਕਿ CBI ਵਾਲੇ ਮੈਨੂੰ ਕਹਿੰਦੇ ਸੀ ਕਿ ਤੈਨੂੰ ਪੰਜਾਬ ਪੁਲਿਸ ਵੀ ਲਿਜਾ ਸਕਦੀ ਹੈ ਤੇ ਹੋਰ ਕਿਸੇ ਜੇਲ੍ਹ ਵਿੱਚ ਵੀ ਬਦਲ ਸਕਦੇ ਹਨ। ਫਿਰ ਸਾਨੂੰ ਵੱਖ-ਵੱਖ ਗੱਡੀਆਂ ਵਿੱਚ ਵਾਪਸ ਲੈ ਆਏ। 1 ਜਾਂ 2 ਦਿਨਾਂ ਬਾਅਦ ਸਵੇਰੇ 6 ਵਜੇ ਜੇਲ੍ਹ ਦਾ ਸੀਨੀਅਰ ਜੇਲਰ ਆਇਆ ਤੇ ਨਾਲ 5-7 ਸਿਪਾਹੀ ਸਟ੍ਰੈਚਰ ਲੈ ਕੇ ਆ ਗਏ। ਮੈਂ ਸਮਝ ਗਿਆ ਕਿ ਕਿਤੇ ਭੇਜਣ ਲੱਗੇ ਹਨ, ਪਰ ਪੰਜਾਬ ਜਾਂ ਕਿਤੇ ਹੋਰ। ਮੈਨੂੰ ਕਹਿੰਦੇ ਤਿਆਰ ਹੋ ਜਾ, ਤੈਨੂੰ ਕਿਤੇ ਹੋਰ ਲੈ ਕੇ ਜਾਣਾ। ਮੈਂ ਤਿਆਰੀ ਕਰ ਲਈ ਤੇ ਨਾਲ ਹੀ ਜ਼ੋਰ ਨਾਲ ਆਵਾਜ਼ ਦੇ ਕੇ ਸੁਖਦੇਵ ਵੀਰ ਹੋਰਾਂ ਨੂੰ ਦੱਸਿਆ ਕਿ ਜਾਂ ਤਾਂ ਮੇਰੀ ਜੇਲ੍ਹ ਬਦਲ ਰਹੇ ਹਨ ਜਾਂ ਫਿਰ ਪੰਜਾਬ ਲੈ ਕੇ ਜਾ ਰਹੇ ਹਨ, ਪਰ ਤੁਸੀਂ ਫਿਕਰ ਨਹੀਂ ਕਰਨੀ, ਚੜ੍ਹਦੀਆਂ ਕਲਾਂ ਵਿੱਚ ਰਹਿਣਾ। ਵੀਰ ਨੂੰ ਤਾਂ ਇੱਕ ਵਾਰੀ ਲੱਗਿਆ ਕਿ ਪੰਜਾਬ ਪੁਲਿਸ ਝੂਠਾ ਪੁਲਿਸ ਮੁਕਾਬਲਾ ਬਣਾਉਣ ਲਈ ਲੈ ਕੇ ਜਾ ਰਹੀ ਹੈ। ਮੈਂ ਵੀ ਇਹੀ ਮਹਿਸੂਸ ਕੀਤਾ। ਕੁਝ ਸਮਾਂ ਪਹਿਲਾਂ ਪੁਨੇ ਤੋਂ ਭਾਈ ਤਰਸੇਮ ਸਿੰਘ ਕੋਹਾੜ ਨੂੰ ਵੀ ਪੰਜਾਬ ਪੁਲਿਸ ਲੈ ਕੇ ਗਈ ਸੀ ਤੇ ਜਾਂਦਿਆਂ ਹੀ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਸੀ। ਫਿਰ ਮੈਂ ਤੁਰਨ ਲੱਗਿਆਂ ਖਾਲਿਸਤਾਨ ਦੇ ਨਾਅਰੇ ਲਾਏ, ਜੈਕਾਰੇ ਛੱਡੇ ਤੇ ਵੀਰਾਂ ਨੂੰ ਵੀ ਜੈਕਾਰੇ ਛੱਡਣ ਲਈ ਕਿਹਾ। ਫਿਰ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਬੰਦ ਗੱਡੀ ਵਿੱਚ ਪਾ ਕੇ 4-5 ਘੰਟੇ ਦੇ ਸਫ਼ਰ ਬਾਅਦ ਮੈਨੂੰ ਨਾਸਿਕ ਜੇਲ੍ਹ ਵਿੱਚ ਪਹੁੰਚਾ ਦਿੱਤਾ ਗਿਆ। ਹਫ਼ਤੇ ਕੁ ਬਾਅਦ ਮੇਰੀ ਮੁਲਾਕਾਤ ਤੇ ਮਾਤਾ ਜੀ, ਪਿਤਾ ਜੀ ਵੀ ਆਏ। ਮੈਨੂੰ ਇੱਕ ਜਾਲੀ ਦੇ ਵਿੱਚੋਂ ਹੀ ਬੁਲਾਇਆ ਗਿਆ, ਸਿਰਫ 5-7 ਕੁ ਮਿੰਟਾਂ ਲਈ, ਕਿਉਂਕਿ ਉੱਥੋਂ ਵਾਲੇ ਸੁਪਰਡੈਂਟ ਨਾਲ ਮੇਰੀਆਂ ਕਾਫੀ ਝੜਪਾਂ ਹੋਈਆਂ ਸਨ। ਇਸ ਕਰਕੇ ਉਸਨੇ ਮੁਲਾਕਾਤ ਤੇ ਘੱਟ ਸਮਾਂ ਦਿੱਤਾ। ਮੈਂ ਘਰਦਿਆਂ ਦੇ ਸਾਹਮਣੇ ਹੀ ਉਸ ਦੀ ਬੇਇੱਜ਼ਤੀ ਕੀਤੀ ਤੇ ਖਾਲਿਸਤਾਨ ਦੇ ਨਾਅਰੇ ਲਾਏ। ਸੁਪਰਡੈਂਟ ਨਾਲ ਮੇਰੀ ਇਸ ਕਰਕੇ ਲੜਾਈ ਹੁੰਦੀ ਸੀ ਕਿਉਂਕਿ ਉਹ ਮੈਨੂੰ ਆਪਣੇ ਕਮਰੇ ਵਿੱਚ ਗੁਟਕਾ ਸਾਹਿਬ ਨਹੀਂ ਸੀ ਰੱਖਣ ਦਿੰਦਾ ਅਤੇ ਇੱਕ ਦਿਨ ਵਿੱਚ ਮੇਰੀ 6 ਵਾਰੀ ਤਲਾਸ਼ੀ ਲੈਂਦੇ ਸੀ ਤੇ ਹਮੇਸ਼ਾ ਬੰਦ ਰੱਖਦੇ ਸੀ। ਪਰ ਜਦੋਂ ਵੀ ਸੁਪਰਡੈਂਟ ਮੇਰੇ ਸਾਹਮਣੇ ਆਉਂਦਾ ਸੀ, ਮੈਂ ਉਸ ਦਾ ਗਾਲਾਂ ਨਾਲ ਸਵਾਗਤ ਕਰਦਾ ਸੀ। ਫਿਰ ਉਸ ਨੇ ਮੇਰੀਆਂ ਮੰਗਾਂ ਮੰਨ ਲਈਆਂ ਤੇ ਮੇਰੇ ਨਾਲ ਪਿਆਰ ਨਾਲ ਪੇਸ਼ ਆਉਣ ਲੱਗ ਪਿਆ। ਨਾਸਿਕ ਜੇਲ੍ਹ ਵਿੱਚ ਮੈਂ ਸਵੇਰੇ 1 ਵਜੇ ਇਸ਼ਨਾਨ ਕਰਕੇ ਪਾਠ ਕਰਨ ਬੈਠ ਜਾਂਦਾ ਸੀ ਤੇ ਰਾਤ ਦੇ 9 ਵਜੇ ਤੱਕ ਲੱਗਾ ਰਹਿੰਦਾ ਸੀ। ਰੋਜ਼ਾਨਾ 10 ਸੁਖਮਣੀ ਸਾਹਿਬ ਜੀ ਦੇ ਪਾਠ ਤੇ ਬਾਕੀ ਹੋਰ ਕਾਫੀ ਬਾਣੀਆਂ ਦਾ ਪਾਠ ਕਰਦਾ ਹੁੰਦਾ ਸੀ। ਜੇਲ੍ਹ ਦਾ ਜਾਂ CRP ਦਾ ਕੋਈ ਵੀ ਸਿਪਾਹੀ ਮੇਰੇ ਨਾਲ ਬੋਲ ਨਹੀਂ ਸੀ ਸਕਦਾ। ਉੱਪਰੋਂ ਉਹਨਾਂ ਨੂੰ ਸਖਤ ਮਨਾਹੀ ਸੀ, ਸਿਰਫ ਜੇਲਰ ਹੀ ਗੱਲ ਕਰ ਸਕਦਾ ਸੀ। ਉਹ ਵੀ ਕਦੇ-ਕਦੇ ਆਉਂਦਾ ਸੀ ਤੇ ਵੇਖ ਕੇ ਚਲਾ ਜਾਂਦਾ ਸੀ। ਸੁਪਰਡੈਂਟ ਬਹੁਤ ਸਖਤ ਸੀ, ਇਸ ਕਰਕੇ ਕੋਈ ਵੀ ਬੋਲਣ ਦੀ ਹਿੰਮਤ ਨਹੀਂ ਸੀ ਕਰਦਾ।
ਇੱਥੋਂ ਤੱਕ ਕਿ ਸਵੇਰੇ ਕਿਸੇ ਤੋਂ ਟਾਈਮ ਪੁੱਛਣ ਤੇ ਟਾਈਮ ਵੀ ਨਹੀਂ ਸੀ ਦੱਸਦੇ। ਫਿਰ ਜੇਲਰ ਨੂੰ ਬੁਲਾਉਣਾ ਤੇ ਟਾਈਮ ਪੁੱਛਣਾ। ਫਿਰ ਟਾਈਮ ਤਾਂ ਦੱਸਣ ਲੱਗ ਪਏ ਸੀ ਪਰ ਉਠਾਉਂਦੇ ਨਹੀਂ ਸੀ। ਪਰ ਵਾਹਿਗੁਰੂ ਦੀ ਕਿਰਪਾ ਨਾਲ ਆਪੇ ਹੀ ਜਾਗ ਆ ਜਾਂਦੀ ਸੀ। ਮੈਂ ਬਿਲਕੁਲ ਹੀ ਤੁਰ ਨਹੀਂ ਸੀ ਸਕਦਾ। ਰਿੜ ਕੇ ਹੀ ਇੱਕ ਦੂਜੇ ਪਾਸੇ ਜਾਂਦਾ ਸੀ ਤੇ ਇਸ਼ਨਾਨ ਵਗੈਰਾ ਕਰਨ ਲਈ। ਫਿਰ ਬਾਅਦ ਵਿੱਚ ਸੁਪਰਡੈਂਟ ਮੈਨੂੰ ਕਾਫੀ ਸਹਿਯੋਗ ਦੇਣ ਲੱਗ ਪਿਆ। ਤਲਾਸ਼ੀ ਫਿਰ ਵੀ 6 ਵਾਰੀ ਹੀ ਲੈਂਦੇ ਰਹੇ ਤੇ ਰੋਜ਼ ਕਮਰਾ ਸਟ੍ਰੈਚਰ ਤੇ ਪਾ ਕੇ ਬਦਲਦੇ ਸੀ। ਜੇਲ੍ਹ ਵਾਲੇ ਦੱਸਦੇ ਸੀ ਕਿ ਤੂੰ ਪਹਿਲਾ ਆਦਮੀ ਹੈ ਜਿਸ ਨੇ ਸੁਪਰਡੈਂਟ ਦੀ ਬੇਇੱਜ਼ਤੀ ਕੀਤੀ। ਅੱਜ ਤੱਕ ਇਸ ਨੇ ਕਦੇ ਬੇਇੱਜ਼ਤੀ ਨਹੀਂ ਕਰਵਾਈ। ਥਰ-ਥਰ ਕੰਬਦੇ ਸੀ ਇਸ ਤੋਂ ਕੈਦੀ ਤੇ ਸਟਾਫ ਵਾਲੇ, ਕਿਉਂਕਿ ਇਹ ਕੱਪੜੇ ਉਤਾਰ ਕੇ ਆਪ ਹੀ ਕੈਦੀ ਦੇ ਦੁਆਲੇ ਹੋ ਜਾਂਦਾ ਹੈ। ਪਰ ਮੇਰਾ ਤਾਂ ਇਹ ਹਾਲ ਸੀ ਕਿ ਜਦੋਂ ਵੀ ਮੇਰੇ ਸਾਹਮਣੇ ਸੁਪਰਡੈਂਟ ਹੁੰਦਾ ਸੀ ਤਾਂ ਮੈਂ ਕਹਿੰਦਾ ਹੁੰਦਾ ਸੀ, ਸਾਲਿਆ ਕਰ ਲੈ ਤੰਗ ਜਿੰਨਾ ਕਰਨਾ ਹੈ, ਤੇਰੇ ਬੱਚੇ ਮਾਰਨੇ ਨੇ। ਉਸਨੇ ਅੱਗੋਂ ਕਹਿਣਾ, ਤੂੰ ਇਤਨੀ ਪੂਜਾ ਕਰਤਾ ਹੈ, ਐਸੀ ਬਾतें ਤੇਰੇ ਮੂੰਹ ਸੇ ਅੱਛੀ ਨਹੀਂ ਲੱਗਤੀ। ਸਿਰਫ ਇੰਨਾ ਹੀ ਕਹਿਣਾ, ਹੋਰ ਕੁਝ ਨਹੀਂ। ਅਸੀਂ ਤਾਂ ਉੱਪਰ ਦੇ ਹੁਕਮ ਦੀ ਪਾਲਣਾ ਕਰ ਰਹੇ ਹਾਂ। ਦਰਵਾਜ਼ੇ ਦੇ ਬਾਹਰ CRP ਦਾ ਇੱਕ ਹੌਲਦਾਰ ਹਮੇਸ਼ਾ ਸਟੇਨ ਗਨ ਮੇਰੇ ਵੱਲ ਸਿੱਧੀ ਕਰਕੇ ਰੱਖਦਾ ਸੀ, ਜਿਵੇਂ ਗੋਲੀ ਚਲਾਉਣ ਹੀ ਲੱਗਾ ਹੁੰਦਾ ਹੈ। ਉੱਥੇ ਮੈਂ ਤਕਰੀਬਨ 6 ਮਹੀਨੇ ਰਿਹਾ ਤੇ ਫਿਰ ਆਹਿਸਤਾ ਪਹਿਲਾਂ ਮੈਂ ਕੰਧ ਨੂੰ ਫੜ ਕੇ ਖਲੋਣਾ ਸਿੱਖਿਆ, ਜਿਵੇਂ ਬੱਚੇ ਮੰਜੇ ਨੂੰ ਫੜ ਕੇ ਖੜਨਾ ਸਿੱਖਦੇ ਹਨ। ਫਿਰ ਸਹਿਜੇ ਮੈਂ ਕੰਧ ਨੂੰ ਤੇ ਦਰਵਾਜ਼ੇ ਨੂੰ ਫੜ ਕੇ ਤੁਰਨ ਲੱਗ ਪਿਆ, ਕਮਰੇ ਦੇ ਅੰਦਰ ਹੀ, ਕਿਉਂਕਿ ਬਾਹਰ ਤਾਂ ਕੱਢਦੇ ਨਹੀਂ ਸੀ। ਕਮਰੇ ਦੇ ਬਾਹਰ ਬਰਾਂਡਾ ਸੀ ਤੇ ਉਸ ਦੇ ਬਾਹਰ ਚਾਨਣੀ ਲਾਈ ਸੀ ਤਾਂ ਕਿ ਬਾਹਰ ਕੁਝ ਨਾ ਦਿਸੇ। ਪੂਰੇ 11 ਮਹੀਨੇ ਮੈਂ ਥੋੜਾ ਤੁਰਨ ਲੱਗ ਪਿਆ, ਪਰ ਛੇਤੀ ਥੱਕ ਕੇ ਬੈਠ ਜਾਂਦਾ ਸੀ ਤੇ ਲੱਤਾਂ ਬੜਾ ਦਰਦ ਕਰਨ ਲੱਗ ਪੈਂਦੀਆਂ ਸੀ। ਫਿਰ ਮਾਤਾ ਜੀ ਤੇ ਭੈਣ ਜੀ ਬਲਵਿੰਦਰ ਕੌਰ ਖਾਲਸਾ ਮੇਰੇ ਨਾਲ ਮੁਲਾਕਾਤ ਤੇ ਆਏ। ਮੇਰੇ ਮਾਤਾ ਜੀ ਤੇ ਭੈਣ ਜੀ ਨੇ ਕੇਸ ਕਬੂਲ ਕਰਨ ਲਈ ਕਿਹਾ। ਮਾਤਾ ਜੀ ਨੇ ਕਿਹਾ, ਪੁੱਤਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਦਾਲਤ ਵਿੱਚ ਕਹੋ ਅਸੀਂ ਵੈਦਿਆਂ ਨੂੰ ਸੋਧਿਆ। ਭੈਣ ਜੀ ਨੇ ਵੀ ਕਿਹਾ ਕਿ ਸਾਰਿਆਂ ਦਾ ਵਿਚਾਰ ਹੈ ਕਿ ਤੁਹਾਨੂੰ ਕੇਸ ਕਬੂਲ ਕਰ ਲੈਣਾ ਚਾਹੀਦਾ। ਆਪਣੀ ਮਾਤਾ ਜੀ ਤੇ ਆਪ ਦੀ ਭੈਣ ਜੀ ਦੇ ਇਹ ਮਹਾਨ ਵਿਚਾਰ ਸੁਣ ਕੇ ਮੇਰੀਆਂ ਖੁਸ਼ੀਆਂ ਆਪੇ ਤੋਂ ਬਾਹਰ ਹੋ ਗਈਆਂ। ਮੈਂ ਤਾਂ ਕੇਸ ਕਬੂਲ ਕਰਨ ਲਈ ਪਹਿਲਾਂ ਹੀ ਤਿਆਰ ਸੀ, ਪਰ ਮੇਰੀ ਮਾਤਾ ਜੀ ਤੇ ਭੈਣ ਨੇ ਮੇਰੇ ਇਰਾਦੇ ਨੂੰ ਹੋਰ ਪੱਕਿਆਂ ਕਰ ਦਿੱਤਾ। ਜਦੋਂ ਮੈਂ ਨਾਸਕ ਜੇਲ੍ਹ ਵਿੱਚ ਸੀ, ਉਸ ਸਮੇਂ ਦੌਰਾਨ ਹੀ ਸਾਡੇ ਵੀਰ ਸੁਖਵਿੰਦਰ ਸਿੰਘ ਸ਼ਿੰਦੂ ਉਰਫ ਕੇਸੀ ਸ਼ਰਮਾ ਦੇ ਸ਼ਹੀਦ ਹੋਣ ਬਾਰੇ ਖਬਰ ਆ ਗਈ। ਹਿੰਦੀ ਪੇਪਰ ਵਿੱਚ ਵੱਡੀ ਸਾਰੀ ਪਹਿਲੀ ਖਬਰ ਸੀ, ਵੈਦਿਆ ਦਾ ਕਾਤਲ ਮਾਰਿਆ ਗਿਆ। ਹਮੇਸ਼ਾ ਹੀ ਜੇਲ੍ਹ ਦੇ 2 ਸਿਪਾਹੀ ਮੇਰੇ ਦਰਵਾਜ਼ੇ ਕੋਲ ਖੜ ਕੇ ਡਿਊਟੀ ਦਿੰਦੇ ਸੀ ਤੇ 2 CRP ਦੇ ਸਿਪਾਹੀ ਜਿਨ੍ਹਾਂ ਦਾ ਹਮੇਸ਼ਾ ਮੇਰੇ ਵੱਲ ਹੀ ਧਿਆਨ ਹੁੰਦਾ ਸੀ। ਖਬਰ ਪੜ੍ਹ ਕੇ ਮੇਰਾ ਹੌਂਕਾ ਨਿਕਲ ਗਿਆ। ਬੱਦੋ-ਬੱਦੀ ਅੱਖਾਂ ਵਿੱਚ ਹੰਝੂ ਆ ਰਹੇ ਸੀ ਤੇ ਮੈਂ ਵਾਹਿਗੁਰੂ ਕਰਨ ਲੱਗ ਪਿਆ ਤਾਂ ਆਪਣੇ ਆਪ ਤੇ ਕਾਬੂ ਪਾ ਸਕਾਂ, ਕਿਉਂਕਿ ਸਾਰੇ ਵੇਖ ਰਹੇ ਸੀ। ਫਿਰ ਮੈਂ ਚਾਦਰ ਲੈ ਕੇ ਲੰਬਾ ਪੈ ਗਿਆ ਤੇ ਵੀਰ ਦੀ ਯਾਦ ਵਿੱਚ ਰੱਜ ਕੇ ਹੰਝੂ ਵਹਾਏ। ਇਹ ਮੇਰੀ ਬੜੀ ਵੱਡੀ ਕਮਜ਼ੋਰੀ ਹੈ ਜੋ ਮੈਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਦਾ। ਕੋਈ ਵੀ ਵੀਰ ਸ਼ਹੀਦ ਹੁੰਦਾ ਤਾਂ ਮੇਰਾ ਬਦੋ-ਬਦੀ ਹੀ ਰੋਣ ਨਿਕਲ ਜਾਂਦਾ ਸੀ। ਸ਼ਿੰਦੂ ਵੀਰ ਨੂੰ ਚੰਡੀਗੜ੍ਹ ਵਿੱਚ ਕੈਟਾਂ ਨੇ ਸ਼ਹੀਦ ਕਰ ਦਿੱਤਾ ਸੀ, ਜਿਨ੍ਹਾਂ ਵਿੱਚ ਇੱਕ ਕੈਟ ਦਲਬੀਰ ਸਿੰਘ ਪੱਖੋਕੇ ਸੀ, ਜੋ ਵੀਰ ਸ਼ਿੰਦੂ ਦਾ ਪੁਰਾਣਾ ਹੀ ਜਾਣ ਪਛਾਣ ਵਾਲਾ ਸੀ। ਸ਼ਿੰਦੂ ਵੀਰ ਦੇ ਨਾਲ ਹੀ ਹਰਵਿੰਦਰ ਸਿੰਘ ਬੰਟੀ ਲੁਧਿਆਣਾ ਵੀਰ ਨੂੰ ਵੀ ਸ਼ਹੀਦ ਕਰ ਦਿੱਤਾ ਸੀ। ਸ਼ਿੰਦੂ ਵੀਰ ਨੇ ਮੇਰੇ ਫੜੇ ਜਾਣ ਤੋਂ ਬਾਅਦ 2 SSP ਪਟਿਆਲੇ ਵਿੱਚ ਸੋਧੇ ਸੀ ਤੇ ਸਾਨੂੰ ਵੀ ਵੀਰ ਨੇ ਸੁਨੇਹਾ ਭੇਜਿਆ ਸੀ ਕਿ ਮੈਂ ਆਪਣੇ ਵੀਰਾਂ ਨੂੰ ਜੇਲ੍ਹ ਅੰਦਰ ਨਹੀਂ ਰਹਿਣ ਦੇਣਾ, ਭਾਵੇਂ ਮੈਨੂੰ ਕੁਝ ਵੀ ਕਰਨਾ ਪਵੇ। ਵੀਰ ਨੇ ਸਾਡੇ ਲਈ ਕੋਸ਼ਿਸ਼ ਵੀ ਕੀਤੀ, ਪਰ ਛੇਤੀ ਸ਼ਹੀਦ ਹੋਣ ਕਰਕੇ ਸਭ ਵਿੱਚ ਹੀ ਰਹਿ ਗਏ। ਸੋ ਜੀ, ਇਸ ਤਰ੍ਹਾਂ ਭਾਈ ਜਿੰਦੇ ਨੇ ਦਿੱਲੀ ਪੁਲਿਸ ਦਾ ਤਸ਼ੱਦਦ ਸਹਿਆ। ਲੱਤਾਂ ਵਿੱਚ ਗੋਲੀਆਂ ਵੱਜਣ ਦੇ ਬਾਵਜੂਦ ਵੀ ਸਿੰਘ ਡੋਲਿਆ ਨਹੀਂ, ਸਗੋਂ ਉਸ ਨੇ ਇਹ ਇਕਰਾਰ ਕਰਨ ਦਾ ਪ੍ਰਣ ਲੈ ਲਿਆ ਕਿ ਵੈਦਿਆਂ ਨੂੰ ਅਸੀਂ ਸੋਧਿਆ। ਸੋ ਇਸੇ ਤਰ੍ਹਾਂ ਦਾ ਇਤਿਹਾਸ ਸਾਡੇ ਸਿੱਖ ਕੌਮ ਵਿੱਚ ਭਰਿਆ ਪਿਆ ਜੀ। ਇਹ ਇਤਿਹਾਸ ਤੁਹਾਡੇ ਸਾਹਮਣੇ ਪਹਿਲਾਂ ਵੀ ਲੈ ਕੇ ਆਉਂਦੇ ਰਹੇ ਹਾਂ, ਅੱਗੇ ਵੀ ਲੈ ਕੇ ਆਉਂਦੇ ਰਵਾਂਗੇ। ਹੁਣ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।